ਸਲਾਮ। ਫਾਨ ਭਾਈ ਕੀ ਹਾਲ ਹੈ? ਅੱਲਾ ਦਾ ਸ਼ੁਕਰ। ਫਾਨ ਭਾਈ ਅੱਜ ਮੈਂ ਤੁਹਾਡੇ ਕੋਲੋਂ ਗੰਨੇ ਦੀ ਫਸਲ ਦੇ ਬਾਰੇ ਮਾਲੂਮਾਤ ਹਾਸਲ ਕਰਨਾ ਚਾਹਨਾ। ਅੱਛਾ ਤੁਸੀਂ ਮੈਨੂੰ ਸਭ ਤੋਂ ਪਹਿਲੇ ਇਹ ਦੱਸੋ ਕਿ ਗੰਨੇ ਦੀ ਜਿਹੜੀ ਫਸਲ ਹੈ ਉਹਦੇ ਕਾਸ਼ਤ ਕਰਨ ਦਾ ਮੌਸਮ ਕਿਹੜਾ ਹੁੰਦਾ ਹੈ? ਉਹਦਾ ਮੌਸਮ ਹੁੰਦਾ ਹੈ ਜੀ ਆ ਕਿਹੜਾ ਫੱਗਣ ਹੈ ਨਾ, ਦੇਸੀ ਮਹੀਨਾ ਜਿਹਨੂੰ ਦੇਸੀ ਮਹੀਨਾ ਆਂਦੇ ਜੀ ਨੇ ਫੱਗਣ। ਜੀ ਇਹ ਹੁੰਦਾ ਇਹਦੇ ਵਿੱਚ ਬਜਾਈ ਹੁੰਦੀ ਜੀ। ਤੇ ਇਹ ਗੰਨੇ ਦੀ ਜਿਹੜੀ ਫਸਲ ਹੈ ਇਹਦੀ ਤਿਆਰੀ ਤੇ ਜ਼ਮੀਨ ਦੀ ਤਿਆਰੀ ਦੇ ਬਾਰੇ ਮੈਨੂੰ ਤੁਸੀਂ ਥੋੜੀ ਮਾਲੂਮਾਤ ਦਿਓ। ਜ਼ਮੀਨ ਦੀ ਤਿਆਰੀ ਇਹ ਆ ਜੀ, ਇਹਨੂੰ ਪਹਿਲੋਂ ਵਾਹਿਆ ਜਾਂਦਾ ਵੀ ਟਰੈਕਟਰ ਵਗੈਰਾ ਦੇ ਨਾਲ ਵਾਹਿਆ ਜਾਂਦਾ ਜੀ। ਤੇ ਉਦੋਂ ਬਾਅਦ ਇਹ ਵਾਵਾ ਕੋ 5-6 ਸੀਆਂ ਲੱਗ ਜਾਂਦੀਆਂ ਨੇ। ਜੀ। ਉਦੋਂ ਬਾਅਦ ਫਿਰ ਵੀ ਤਿਆਰ ਹੋ ਜਾਂਦੀ ਹੈ, ਫਿਰ ਉਦੋਂ ਬਾਅਦ ਖੇਲਾਂ ਨਿਕਲਦੀਆਂ ਜੀ। ਤੇ ਉਦੋਂ ਬਾਅਦ ਫਿਰ ਗੰਨਾ ਬੀਜਿਆ ਜਾਂਦਾ, ਉਹਦੇ ਵਿੱਚ ਖਾਦ ਵਗੈਰਾ ਵੀ ਲੱਗ ਜਾਂਦੀ ਹੈ। ਉਹਦੇ ਵਿੱਚ ਵੀ ਸਪਰੇਵਾਂ ਸਲੂਮਾਂ ਫਿਰ ਬਾਅਦ ਤੋਂ ਆ ਗਈਆਂ ਨਾ ਤੇ ਖਾਦ ਵਗੈਰਾ ਲੱਗਦੀ, ਨਾਲ ਦਵਾਈ ਲੱਗਦੀ 1200 ਦੀ ਆਂਦੀ, ਜਿੰਦੇ ਵਿੱਚ ਗੰਦ ਨਹੀਂ ਉਗਦਾ, ਕਿਹੜਾ ਗੰਨਾ ਨਾ ਬਿਲਕੁਲ ਠੀਕ ਜੀ। ਤੇ ਅਗਰ ਇਹ ਜ਼ਮੀਨ ਦੇ ਵਿੱਚ ਪਾਣੀ, ਇਹ ਦੱਸੋ ਕਿ ਪਾਣੀ ਕਿੰਨਾ ਲੱਗ ਜਾਂਦਾ ਹੈ 1 ਏਕੜ ਨੂੰ ਸਾਲ ਦਾ? 1 ਏਕੜ ਨੂੰ ਲੱਗ ਜਾਂਦਾ ਭਾਈ ਪਾਣੀ ਕੋਈ 15 ਤੋਂ 16 ਲੱਗ ਜਾਂਦਾ। 15 ਤੋਂ 16 ਦਫਾ ਪਾਣੀ ਲੱਗ ਜਾਂਦਾ ਹੈ 1 ਏਕੜ ਜਿਹੜੀ ਗੰਨੇ ਦੀ ਫਸਲ ਹੈ। ਹਾਂਜੀ, ਇਹਦੇ ਵਿੱਚ ਵੀ ਲੱਗਦੇ ਨਾ ਦੁਆਣਾ ਵਗੈਰਾ ਵੀ ਲੱਗਦੇ ਨਾ ਤਾਂ ਵਈਆਂ ਤੋਂ, ਵੈਸੇ 8-10 ਪਾਣੀ ਲੱਗਦੇ ਨੇ। ਦੁਆਣੇ ਵਗੈਰਾ ਹੋ ਗਿਆ, ਮਰਚਾਂ ਹੋ ਗਈਆਂ, ਠੀਕ ਹੈ ਨਾ, ਇਹਨਾਂ ਦੀ ਵਜ੍ਹਾ ਤੋਂ ਫਿਰ 4-5 ਪਾਣੀ ਵੱਧ ਲੱਗਦੇ ਨੇ ਜੀ। ਅੱਛਾ ਠੀਕ ਹੈ ਬਾਈ, ਮੈਨੂੰ ਇਹ ਦੱਸੋ ਕਿ 1 ਏਕੜ ਗੰਨੇ ਦੀ ਫਸਲ ਹੋਵੇ ਇਹਦੇ ਤੇ ਕਿੰਨਾ ਖਰਚਾ ਆ ਜਾਂਦਾ ਹੈ? ਇਹਦੇ ਤੇ ਖਰਚਾ ਆ ਜਾਂਦਾ ਕੋਈ 30 ਤੋਂ 35,000 ਰੁਪਇਆ ਖਰਚਾ ਆ ਜਾਂਦਾ ਹੈ। ਅਗਰ ਉਹਦੇ ਵਿੱਚ ਤੁਸੀਂ ਮਿਰਚਾਂ ਤੇ ਤਰਬੂਜ਼ ਵਗੈਰਾ, ਜਿਸ ਤਰ੍ਹਾਂ ਮੈਂ ਵੇਖਿਆ ਕਿ ਤੁਹਾਡੀ ਜ਼ਮੀਨ ਦੇ ਵਿੱਚ, ਨਾਲ ਦੀ ਜ਼ਮੀਨ ਦੇ ਵਿੱਚ ਤਰਬੂਜ਼ ਵਗੈਰਾ ਨੇ, ਹਾਂਜੀ, ਤੇ ਇਹਦੇ ਵਾਸਤੇ ਵੀ ਕਿੰਨਾ ਖਰਚਾ ਆ ਜਾਂਦਾ ਅਗਰ ਇਹ ਨਾਲ ਲਗਾਏ ਜਾਣ ਤੇ? ਇਹਦੇ ਵਾਸਤੇ ਵੈਸੇ ਤੇ ਆਂਦਾ ਵੀ 30,000 ਰੁਪਇਆ ਆ ਜਾਂਦਾ, ਕੋਈ ਇਹ ਖਰਚਾ ਪਾਪੂ ਤੇ ਕੋਈ 20,000 ਰੁਪਇਆ ਬਾਅਦ ਆ ਜਾਂਦਾ ਹੋਵੇਗਾ, ਇਹੋ ਕੁਛ ਹੀ ਹੈ ਜੀ। ਤੇ ਇਹਦਾ ਮਤਲਬ ਹੈ ਕਿ ਅਗਰ ਮਿਰਚਾਂ ਤੇ ਤਰਬੂਜ਼ ਵਗੈਰਾ ਨਾਲ ਲਗਾਏ ਜਾਣ ਤੇ 20,000 ਰੁਪਇਆ ਖਰਚਾ ਇਹਦੇ ਤੋਂ ਇਜ਼ਾਫੀ ਹੋ ਜਾਂਦਾ ਹੈ। ਹਾਂ ਠੀਕ ਹੈ, ਤੇ ਉਹਨਾਂ ਦਾ ਪਾਣੀ ਵੀ ਨਾਲ ਹੀ ਵਿੱਚ ਹੀ ਸ਼ਾਮਲ ਹੈ। ਬਿਲਕੁਲ ਜੀ। ਠੀਕ ਹੈ। ਅੱਛਾ ਬਾਈ, ਤੁਸੀਂ ਇਹ ਦੱਸੋ ਕਿ ਜਿਸ ਤਰ੍ਹਾਂ ਮੇਰੇ ਵੀਵਰ ਤੇ ਨਾਜ਼ਰੀਨ ਤੇ ਕਿਸਾਨ ਬਾਈ ਸਾਰੇ ਦੇਖ ਰਹੇ ਨੇ ਕਿ ਇਹ ਪਿੱਛੇ ਗੱਡੀ ਲੋਡ ਹੋ ਰਹੀ ਹੈ, ਤੇ ਤੁਸੀਂ ਇਹ ਗੱਡੀ ਲੋਡ ਹੋਣ ਵਾਸਤੇ ਕਿੰਨੇ ਮਜ਼ਦੂਰ ਲਗਾਏ ਹੋਏ ਨੇ? ਇਹ ਜੀ ਅਸੀਂ 15 ਮਜ਼ਦੂਰ ਲਾਏ ਨੇ ਜੀ। ਉਹਦੇ ਵਿੱਚ ਉਹ ਕੀ ਕੰਮ ਕਰਦੇ ਨੇ? ਉਹਦੇ ਵਿੱਚ ਕਮਾਂਦ ਵਗੈਰਾ ਪੜਦੇ ਨੇ, ਤੁਹਾਡੇ ਸਾਹਮਣੇ ਹੀ ਜੀ, ਇਹ ਤੁਹਾਨੂੰ ਚੈੱਕ ਕਰਵਾ ਰਿਹਾ, ਗੰਨਾ ਵਗੈਰਾ ਪੜਦੇ ਨੇ ਜੀ। ਤੇ ਇਹਦੇ ਵਿੱਚ ਫਿਰ ਕਿਹੜੇ ਨਾ 5 ਗੰਨੇ ਬਣਦੇ ਨੇ ਜੀ। ਤੇ 5 ਦੀ ਬਾਣ ਹੁੰਦੀ ਹੈ, ਪੰਡ ਵਗੈਰਾ ਜਾ ਰਹੀ ਹੈ ਇਸ ਟਾਈਮ ਵੀ ਕੋਈ 800 ਨੂੰ 900 ਨੂੰ ਜਾ ਰਹੀ ਹੈ ਇਸ ਟਾਈਮ ਵੀ। ਪਿਛਲੇ ਸਾਲ ਨਾਲ ਰੇਟ ਕਿਹੜਾ ਨਾ ਇਹ ਦਫਾ ਮਾਸ਼ਾਅੱਲਾ ਵੀ ਬਿਲਕੁਲ ਠੀਕ ਹੈ, ਨਹੀਂ ਤਾਂ ਪਿਛਲੇ ਸਾਲ ਕਰੋਨਾ ਦੇ ਵਿੱਚ ਜਿਹੜਾ ਸੀ ਨਾ ਸਾਨੂੰ ਬੜੀ ਮਾਰ ਆਈ ਸੀ ਜ਼ਿਮੀਦਾਰਾਂ ਨੂੰ, ਠੀਕ ਹੋ ਗਿਆ, ਤੇ ਇਹ ਵਾਰੀ ਮਾਸ਼ਾਅੱਲਾ ਬਿਲਕੁਲ ਠੀਕ ਜਾ ਰਿਹਾ ਜੀ। ਤੇ ਇਹ ਇੱਕ ਮਜ਼ਦੂਰ ਨੂੰ ਕਿੰਨੀ ਮਜ਼ਦੂਰੀ ਦਿੰਦੇ ਹੋ ਤੁਸੀਂ? ਇਸ ਟਾਈਮ ਅਸੀਂ ਦੇ ਰਹੇ ਹਾਂ 1000 ਰੁਪਇਆ ਜੀ। 1000 ਰੁਪਇਆ ਇੱਕ ਮਜ਼ਦੂਰ ਨੂੰ ਮਜ਼ਦੂਰੀ ਦੇ ਰਹੇ ਹੋ? ਹਾਂਜੀ। ਤੇ ਕਿੱਥੋਂ ਦੀ ਗੱਡੀ ਤੁਸੀਂ ਲੋਡ ਕਰਕੇ ਭੇਜ ਰਹੇ ਹੋ? ਇਸ ਟਾਈਮ ਅਸੀਂ ਪਿੰਡੀ ਦੀ ਕਰ ਰਹੇ ਹਾਂ ਜੀ। ਪਿੰਡੀ ਦੀ ਮੰਡੀ ਦੀ ਗੱਡੀ ਲੋਡ ਕਰਕੇ ਭੇਜ ਰਹੇ ਹੋ? ਸ਼ੇਖੂਪੁਰਾ ਵੀ ਲੈ ਆਈਦਾ, ਪਿੰਡੀ ਵੀ ਲੈ ਆਈਦਾ, ਜਿੱਥੇ ਰੇਟ ਅੱਛਾ ਹੋਵੇ ਉੱਥੇ ਲੈ ਆਈਦਾ। ਮਤਲਬ ਕਿ ਤੁਸੀਂ ਰਾਬਤੇ ਕਰ ਲੈਂਦੇ ਹੋ ਪਹਿਲੇ ਉੱਥੇ? ਲਾਹੌਰ ਵਗੈਰਾ ਵੀ ਲੈ ਆਈਦਾ, ਜਿੱਥੇ ਅੱਛਾ ਰੇਟ ਲੱਗੇ ਅਸੀਂ ਤਾਂ ਉੱਥੇ ਹੀ ਜਾਣਾ, ਕਿਉਂ ਸਾਨੂੰ ਤਾਂ ਪੈਸੇ ਦੇ ਨਾਲ ਵੀ ਥੋੜਾ ਬਹੁਤਾ ਕੋਈ ਸਾਨੂੰ ਕੁਛ ਹੈ ਆਵੇਗੀ ਤਾਂ ਅਸੀਂ ਮਜ਼ਦੂਰ ਲੋਕ ਨੂੰ ਦੇਣੇ ਨੇ ਜੀ। ਬਿਲਕੁਲ, ਉਹ ਤਾਂ ਗੱਲ ਠੀਕ ਹੈ ਇਰਫਾਨ ਭਾਈ ਤੁਹਾਡੀ। ਅੱਛਾ ਇਰਫਾਨ ਭਾਈ ਠੇਕੇਦਾਰ ਸਾਹਿਬ, ਤੁਸੀਂ ਮੈਨੂੰ ਇਹ ਦੱਸੋ ਕਿ ਇਹ ਪਿੰਡੀ ਦੀ ਜਿਹੜੀ ਗੱਡੀ, ਇਹਦਾ ਕਿਰਾਇਆ ਕਿੰਨਾ ਹੈ? ਇਹਦਾ ਕਿਰਾਇਆ ਭਾਈ ਜਾਨ 40,000 ਰੁਪਇਆ ਕਿਰਾਇਆ, 30,000 ਰੁਪਇਆ ਮਜ਼ਦੂਰੀ ਆ ਜਾਂਦੀ ਹੈ, 70,000 ਰੁਪਇਆ ਇਹਦਾ ਟੋਟਲ ਖਰਚਾ ਆ ਜਾਂਦਾ। ਤੇ ਜਾਂ ਸ਼ੇਖੂਪੁਰੇ ਦੀ ਮੰਡੀ ਦਾ ਪੁੱਛਣਾ ਚਾਹੁੰਦੇ ਹੈ ਵੀ ਇਹ ਉਹਦਾ ਕਿਰਾਇਆ ਹੈਗਾ 10,000 ਰੁਪਇਆ, ਟਰਾਲਾ ਲੈ ਤੇ ਜਾਈਦਾ, 250 ਪੰਡ ਹੁੰਦੀ ਹੈ, ਤੇ ਉਹਦਾ ਕੋਈ ਆ ਜਾਂਦਾ ਕੋਈ 25,000 ਰੁਪਇਆ ਆ ਜਾਂਦਾ ਖਰਚਾ ਜੀ। ਠੀਕ ਹੈ। ਤੇ ਤੁਸੀਂ ਇਹ ਆਪਣਾ ਹੀ ਕਮਾਦ ਬੀਜਦੇ ਹੋ? ਹਾਂਜੀ, ਆ ਆਪਣੇ ਜਾਂ ਮੁੱਲ ਲੈਂਦੇ ਹੋ? ਕੋਈ ਠੇਕੇਦਾਰੀ ਕਰੀ ਦੀ, ਮੁੱਲ ਵੀ ਲੈ ਲਈਦਾ, ਕੋਈ 5-7 ਕਿੱਲੇ ਆਪਦਾ ਬੀਜ ਵੀ ਦਾ, ਕੋਈ ਮੁੱਲ ਲੈ ਲਈਦਾ ਜੀ। ਤੇ ਤੁਸੀਂ ਕਿਸਾਨ ਵੀਰਾਂ ਨੂੰ ਤੇ ਭਰਾਵਾਂ ਨੂੰ ਇੱਕ ਹੀ ਪੈਗਾਮ ਦੇਣਾ ਚਾਹੁੰਦੇ ਹੋ? ਮੈਂ ਸਾਰੇ ਭਰਾਵਾਂ ਨੂੰ ਇਹੋ ਪੈਗਾਮ ਦੇਣਾ ਚਾਹਨਾ ਵੀ ਜਿਹੜਾ ਨਾ ਕਮਾਂਦ ਵਗੈਰਾ ਜਿਹੜਾ ਲਾਓਗੇ ਇਹਦੇ ਚ ਬੜਾ ਫਾਇਦਾ ਹੋਏਗਾ। ਤੇ ਮਾਸ਼ਾਅੱਲਾ ਸਾਰੇ ਜਿੰਨੇ ਵੀ ਨੇ ਜ਼ਿਮੀਦਾਰ ਨੇ ਨਾ ਉਹ ਕਮਾਂਦ ਵਗੈਰਾ ਕੋਈ ਵੀ ਫਸਲ ਲਾ ਲਵੇ ਨਾ ਉਹਦੇ ਚ ਫਾਇਦਾ ਹੀ ਹੁੰਦਾ। ਜੇ ਮਿਹਨਤ ਕਰੀਏ ਨਾ ਤੇ ਅੱਲਾ ਹੀ ਜ਼ਾਤ ਫਲ ਦੇਣਾ, ਜਿਹੜੀ ਵੀ ਮਿਹਨਤ ਕਰੀਏ ਉਹਦੇ ਚ ਫਲ ਅੱਲਾ ਹੀ ਜ਼ਾਤ ਦੇ ਦੇਣਾ। ਆਖਰ ਮਿਹਨਤ ਦਾ ਬਸ ਮਸਲਾ ਹੈਗਾ ਜੀ। ਬਿਲਕੁਲ, ਇਨਸਾਨ ਮਿਹਨਤ ਕਰੇ ਤੇ ਅੱਲਾ ਉਹਦਾ ਫਲ ਉਹਨੂੰ ਜ਼ਰੂਰ ਦਿੰਦਾ ਹੈ। ਹਾਂ ਇਨਸ਼ਾਅੱਲਾ, ਬਿਲਕੁਲ ਜੀ, ਬਿਲਕੁਲ ਜੀ। ਠੀਕ, ਸ਼ੁਕਰੀਆ ਇਰਫਾਨ ਭਾਈ, ਅੱਲਾ ਹਾਫਿਜ਼।